बाणी गुरु गुरु है बाणी 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 तेरा आधार मैं ता नाम तेरा आधार तू दाता कर्णहार कर्णहार तू दाता कर्णहार 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 करता मैं ता नाम तेरा आधार मैं ता नाम तेरा तेरा आधार मैं ता नाम मैं ता नाम तेरा 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 मैं ता नाम मैं ता नाम 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 मैं ता नाम तेरा मैं ता नाम तेरा आधार पगा मर निजर गाम पगा मर निजर गाम पगा मर निसा गाम
Nida pada ma pa ga ma re sa ni sa ga ma pa. Nida pada ma pa ga re ga sa re ga ga ma ma pa. Nida da ni pa pa da ma pa ga ma re sa ni sa ga ma pa. Zagare zani zagare zani zagare zani zagama pa. Padama pama padama pama pagama re sarani zagama pagama pagama pa. Mata naam मैं तनम तेरा आधार मैं तनम तेरा आधार आधार मैं तनाम मैं तनाम तेरा नाम तेरा आधार मैं तनम तेरा आधार मैं तनम तेरा आधार मैं तनम तेरा आधार 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 तेरा आधार नाम तेरा आधार मैं तो नाम तेरा आधार तेरा आधार तेरा आधार मैं तो नाम तेरा आधार तू दाता कर्णहार कर्णहार तू दाता कर्णहार 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 करतार मैं का नाम तेरा तेरा आधार आधार मेहता नाम तेरा आधार। नानक देव जी महाराज का इस शब्द मेहता नाम तेरा आधार
ਅਕਾਲ ਪੁਰਖ ਵਾਹਿਗੁਰੂ ਦੀ ਹੋਂਦ ਔਰ ਉਸ ਦਾ ਅਹਿਸਾਸ, ਉਸ ਦਾ ਅਨੁਭਵ, ਉਸ ਦੀ ਯਾਦ, ਵਾਹਿਗੁਰੂ ਦੀ ਸਿਫਤ, ਵਾਹਿਗੁਰੂ ਦਾ ਚਿੰਤਨ। ਗੁਰੂ ਜੀ ਆਖਦੇ ਹਨ, ਇਸ ਭਿਆਨਕ ਸੰਸਾਰ ਦੇ ਵਿੱਚ ਜਿੱਥੇ ਅਤਿਅੰਤ ਕਿਸਮ ਦੇ ਸੰਤਾਪ, ਦੁੱਖ, ਕਲੇਸ਼, ਚਿੰਤਾਵਾਂ, ਡਰ ਔਰ ਫਿਕਰ, ਤਕਲੀਫਾਂ ਹਰੇਕ ਜੀਵ ਨੂੰ ਵਿਆਪਦੀਆਂ ਹਨ। ਕੋਈ ਨਾ ਕੋਈ ਉਪਾਅ, ਕੋਈ ਇਸ ਦੀ ਰੈਮੇਡੀ, ਕੋਈ ਇਸ ਦਾ ਹੱਲ, ਉਹ ਇਸ ਵਿਚਾਰੇ ਜੀਵ ਨੂੰ ਟੱਕਰਾਂ ਮਾਰਦਿਆਂ ਹੋਇਆਂ ਵੀ ਹੱਥ ਨਹੀਂ ਆਉਂਦਾ। ਪਰੰਤੂ ਹਰੇਕ ਇਨਸਾਨ ਆਪਣੀ ਜ਼ਿੰਦਗੀ ਦੇ ਵਿੱਚ ਸਿਕਿਉਰਿਟੀ ਚਾਹੁੰਦਾ ਹੈ, ਪ੍ਰੋਟੈਕਸ਼ਨ ਚਾਹੁੰਦਾ ਹੈ, ਸੇਫਟੀ ਚਾਹੁੰਦਾ ਹੈ, ਕੋਈ ਐਸਾ ਆਸਰਾ ਵੀ ਚਾਹੁੰਦਾ ਹੈ ਜੋ ਸਹੀ ਆਸਰਾ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸ਼ਬਦ ਦੇ ਵਿੱਚ ਆਖਦੇ ਹਨ ਕਿ ਮੈਨੂੰ ਪਰਮਾਤਮਾ ਦੇ ਨਾਮ ਦਾ ਹੀ ਆਸਰਾ ਹੈ। ਜਿਨ੍ਹਾਂ ਨੂੰ ਉਸ ਦੇ ਨਾਮ ਦਾ ਆਸਰਾ ਲੱਭ ਪੈਂਦਾ ਹੈ, ਉਹਨਾਂ ਦੇ ਵਾਸਤੇ ਜ਼ਿੰਦਗੀ ਦੇ ਵਿੱਚ ਇਹ ਪਰਮਾਤਮਾ ਦੀ ਸ਼ਕਤੀ ਦੇ 3 ਪ੍ਰਿੰਸੀਪਲਸ, 3 ਅਸੂਲ। ਨੰਬਰ 1 ਅੰਤਰਜਾਮੀ, ਨੰਬਰ 2 ਪੁਰਖ ਵਿਧਾਤੇ, ਨੰਬਰ 3 ਸਰਧਾ ਮਨ ਕੀ ਪੂਰੇ। ਪਿਛਲੇ ਐਪੀਸੋਡ ਦੇ ਵਿੱਚ ਇਹ ਵਿਚਾਰ ਚੱਲ ਰਹੀ ਸੀ, ਵਾਹਿਗੁਰੂ ਪਰਮੇਸ਼ਵਰ ਦਾ, ਪਰਮਾਤਮਾ ਦਾ, ਅਕਾਲ ਪੁਰਖ ਵਾਹਿਗੁਰੂ ਦਾ ਇਹ ਨਿਯਮ, ਉਸ ਦੀ ਇਹ ਖੂਬੀ, ਉਸ ਦਾ ਇਹ ਗੁਣ ਕਿ ਉਹ ਅੰਤਰਜਾਮੀ, ਉਹ ਸਾਡੇ ਬਾਹਰ ਦੇ ਕਰਮਾਂ ਤੋਂ ਹੀ ਸਾਨੂੰ ਨਹੀਂ ਦੇਖਦਾ, ਜਾਂ ਇਸ ਤਰ੍ਹਾਂ ਆਖੀਏ ਕਿ ਸਾਡੇ ਜੋ ਬਾਹਰ ਦੇ ਕਰਮ ਹਨ, ਉਹਨਾਂ ਵਿੱਚ ਔਰ ਸਾਡੀ ਮਾਨਸਿਕ ਦਸ਼ਾ ਦੇ ਵਿੱਚ ਬਹੁਤ ਭਾਰਾ ਅੰਤਰ ਹੁੰਦਾ ਹੈ। ਹੋ ਸਕਦਾ ਅਸੀਂ ਬਾਹਰਲਾ ਕਰਮ ਤਾਂ ਇਹ ਕਰਦੇ ਹੋਈਏ ਕਿ ਗੁਰਦੁਆਰਾ ਬਣਾਉਂਦੇ ਹੋਈਏ, ਮੰਦਰ ਬਣਾਉਂਦੇ ਹੋਈਏ, ਲੇਕਿਨ ਕੀ ਇਤਨੇ ਉੱਤੇ ਪ੍ਰਮਾਤਮਾ ਪ੍ਰਸੰਨ ਹੁੰਦਾ ਹੈ? ਅਗਰ ਉਹ ਗੁਰਦੁਆਰਾ ਜਾਂ ਮੰਦਰ ਜਾਂ ਕੋਈ ਵੀ ਧਾਰਮਿਕ ਸਥਾਨ ਦੇਖਣ ਨੂੰ ਤੇ ਬਹੁਤ ਧਾਰਮਿਕ ਕੰਮ ਹੈ, ਲੇਕਿਨ ਉਹ ਬਣ ਰਿਹਾ ਹੈ ਆਪਸੀ ਫੁੱਟ ਦੇ ਕਾਰਨ, ਬਣ ਰਿਹਾ ਹੈ ਉਹ ਆਪਸ ਦੇ ਕਨਫਲਿਕਟਸ ਦੇ ਕਾਰਨ, ਬਣ ਰਿਹਾ ਹੈ ਉਹ ਧੜੇਬਾਜ਼ੀ ਦੇ ਕਾਰਨ, ਬਣ ਰਿਹਾ ਹੈ ਉਹ ਹਉਮੈ ਦੇ ਝਗੜੇ ਦੇ ਕਾਰਨ। ਉਹ ਬਣਾ ਕੇ ਅਸੀਂ ਕਿਸ ਨੂੰ ਧੋਖਾ ਦੇਵਾਂਗੇ? ਉਹ ਬਣਾਉਣ ਦੇ ਨਾਲ ਜਿਸ ਕੰਮ ਦੀ, ਜਿਸ ਕਾਰਜ ਦੀ ਜੋ ਫਾਊਂਡੇਸ਼ਨ ਹੈ, ਉਸ ਦੇ ਵਿੱਚ ਨੈਗੇਟਿਵਿਟੀ ਹੈ, ਕੌਨਫਲਿਕਟ ਹੈ, ਝਗੜਾ ਹੈ, ਲੜਾਈ ਹੈ, ਹਾਂ ਹੈ, ਉਹ ਚਾਹੇ ਕਿਤਨਾ ਵੀ ਡਿਵਾਈਨੀਅਸ ਕੰਮ ਕਿਉਂ ਨਾ ਹੋਵੇ, ਉਸ ਦੇ ਉੱਤੇ ਉਹ ਜੋ ਅੰਤਰਜਾਮੀ ਹੈ, ਉਹ ਸਾਡੇ ਅੰਦਰ ਦੀ ਭਾਵਨਾ ਨੂੰ ਜਾਣਦਾ ਹੈ। ਗੁਰਬਾਣੀ ਦੇ ਵਿੱਚ ਇੱਕ ਸ਼ਬਦ ਆਉਂਦਾ ਹੈ,
ਨਾ ਪੀਜੈ ਰਾਗੀ ਨਾਦੀ ਵੇਦ। ਗੁਰੂ ਜੀ ਆਖਦੇ ਹਨ ਕਿ ਪ੍ਰਮਾਤਮਾ ਦਾ ਪ੍ਰਸੰਨ ਹੋਣਾ, ਉਸ ਦਾ ਖੁਸ਼ ਹੋਣਾ, ਉਸ ਦਾ ਭੀਜ ਜਾਣਾ, ਇਸ ਸ਼ਬਦ ਦੇ ਵਿੱਚ ਬੜਾ ਲੰਬਾ ਵਿਸਥਾਰ ਗੁਰੂ ਮਹਾਰਾਜ ਨੇ ਸਮਝਾਇਆ ਹੈ ਤਾਂ ਕਿ ਅਸੀਂ ਇਹ ਸਮਝ ਸਕੀਏ ਉਹ ਨਾਮ ਦਾ ਆਸਰਾ ਜੋ ਹੈ, ਜਿਸ ਦੀ ਗੁਰੂ ਮਹਾਰਾਜ ਇਸ ਪਵਿੱਤਰ ਬਾਣੀ ਦੀ ਪੰਕਤੀ 'ਚ ਵਿਚਾਰ ਦੱਸ ਰਹੇ ਹਨ, ਉਹ ਨਾਮ ਦਾ ਆਸਰਾ ਉਤਨੀ ਦੇਰ ਤੱਕ ਜੀਵ ਨੂੰ ਪ੍ਰਾਪਤ ਨਹੀਂ ਹੋ ਸਕਦਾ, ਇਸ ਨੂੰ ਉਹ ਮਿਲ ਨਹੀਂ ਸਕਦਾ, ਇਸ ਦੇ ਹੱਥ ਨਹੀਂ ਆ ਸਕਦਾ ਜਿਤਨੀ ਦੇਰ ਤੱਕ ਇਸ ਜੀਵ ਦੀ ਜੋ ਅੰਦਰ ਦੀ ਜੋ ਭਾਵਨਾ ਹੈ ਉਹ ਸਹੀ ਨਾ ਹੋਵੇ, ਉਤਨੀ ਦੇਰ ਤੱਕ ਇਹ ਜਿਤਨੀ ਮਰਜ਼ੀ ਕੋਸ਼ਿਸ਼ ਕਰਦਾ ਹੈ, ਲੇਕਿਨ ਜੇ ਇਸ ਦੀ ਅੰਦਰ ਦੀ ਭਾਵਨਾ ਦੇ ਵਿੱਚ ਗੜਬੜ ਹੈ, ਇਸ ਦੀ ਅੰਦਰ ਦੀ ਭਾਵਨਾ ਦੇ ਵਿੱਚ ਉਹੀ ਆਪਣੇ ਪੁਰਾਣੇ ਸੁਭਾਵ, ਰੁੱਸਣਾ, ਗੁੱਸੇ ਹੋਣਾ, ਨਾਰਾਜ਼ ਹੋਣਾ, ਛੋਟੀ ਛੋਟੀ ਗੱਲ ਤੋਂ ਅੰਦਰੋਂ ਬੁੱਝ ਜਾਣਾ, ਨਿੱਕੀ ਨਿੱਕੀ ਗੱਲ ਤੋਂ ਠੇਸ ਖਾਣੀ ਔਰ ਈਰਖਾ, ਸਾੜਾ, ਦਵੈਤ, ਵਿਤਕਰਾ, ਮੇਰ ਤੇਰ, जितनी देर तक अंदर की दशा यह है उतनी देर तक वो नाम का आसरा जो है वो इसनु प्राप्त नहीं हो सकता। तो परमात्मा नू प्रसन्न करने विच बहुत दुनिया लगी हुई है, हर कोई किसी ना किसी ढंग नाल यतन करता है। तो इस शब्द दे विच गुरु महाराज जी ने बहुत प्यारा विस्तार किया है। ना पीजे कहते उस दी उस्तति दे विच बहुत सारे धर्मां दे विच उस दी सिफत दे विच, उस दी आराधना दे विच, उस दी उपासना दे विच कीर्तन भगती आंदी है। कीर्तन होंदे हैं, रातों रात जगराते होंदे हैं, रहन सफाइयां होंदी हैं, कीर्तन समागम होंदे हैं, कीर्तन दरबार होंदे हैं और कीर्तन कॉम्पीटिशनस होंदे हैं। अजकल एक चीज़ बड़ी हैरत दी, हैरानी नाल देखी जाती है कि थां थां ते कीर्तन की सिखलाई दे यतन हैं, लेकिन इंसेंटिव की है कि कीर्तन सीखो, राग सीखो और फिर उस दे कॉम्पीटिशनस कराए जाएंगे। दुनिया का इतिहास धर्म का, भक्ति का, रूहानीयत का फूल के देख लो, मूर्खता भी जिहड़ी है वो हद हो चुकी है। बाबा फरीद जी ने किसी दे नाल कॉम्पीटिशन लगाया जिस दे विच कि बाबा फरीद जी जित गए होण और उन्हां दे उस जित कारण वो दुनिया दे विच बहुत महान महापुरुष भगत प्रगट होए। कि वो किसी कॉम्पीटिशन के कारण से भगत धन्ना जी ने किसी दे नाल कोई कॉम्पीटिशन कीता सी? नामदेव जी होए, भगत कबीर जी होए, ये कोई राग संगीत कीर्तन दे कॉम्पीटिशनस दे विच फस्ट प्राइज लैके परमात्मा नू पाए सन? कि गुरु नानक देव जी महाराज ने सानू यही सिखाया सी कि कीर्तन सीखो, फिर एक दूजे नू हराओ, फिर फस्ट प्राइज, सैकेंड प्राइज, थर्ड प्राइज। लॉस एंजलिस की गल याद है मैनू, एक लड़की इस झल दे विच सी, कमलपुणे सी कि मैं
ਫਸਟ ਪ੍ਰਾਈਜ਼ ਲੈਣਾ ਹੈ ਕੀਰਤਨ ਕੰਪੀਟੀਸ਼ਨ ਦੇ ਵਿੱਚ। ਉਹ ਬਾਰ-ਬਾਰ ਜਦੋਂ ਹਾਰੀ, ਕਿਉਂਕਿ ਦੂਸਰੀ ਲੜਕੀ ਜਿਹੜੀ ਸੀ ਉਹ ਬਹੁਤ ਰੱਬੋਂ ਉਸ ਨੂੰ ਦੇਣ ਸੀ, ਉਹ ਹਰ ਵਾਰ ਦੇ ਕੀਰਤਨ ਕੰਪੀਟੀਸ਼ਨ ਦੇ ਵਿੱਚ ਉਹ ਜਿੱਤ ਜਾਂਦੀ ਸੀ। ਪਰ ਦੂਸਰੀ ਜਿਹੜੀ ਸੀ, ਬਜਾਏ ਕਿ ਕੀਰਤਨ ਸਿੱਖਣ ਨਾਲ ਮਨ ਸ਼ਾਂਤ ਹੁੰਦਾ, ਬਜਾਏ ਕਿ ਕੀਰਤਨ ਸਿੱਖਣ ਨਾਲ ਜੋ ਜ਼ਿੰਦਗੀ ਦੀ ਕੁਆਲਿਟੀ ਇਨਹੈਂਸ ਹੁੰਦੀ, ਉਸ ਦੇ ਅੰਦਰੋਂ ਈਰਖਾ ਔਰ ਸਾੜਾ ਉਹ ਹੋਰ ਵਧਣਾ ਸ਼ੁਰੂ ਹੋ ਗਿਆ। ਔਰ ਇੱਥੋਂ ਤੱਕ ਪਹੁੰਚ ਗਿਆ ਕਿ 2-3 ਦਫਾ ਹਾਰਨ ਤੋਂ ਬਾਅਦ ਉਸਨੇ ਕੀਰਤਨ ਹੀ ਛੋੜ ਦਿੱਤਾ। ਜਦ ਮੈਂ ਜਿੱਤਦੀ ਹੀ ਨਹੀਂ ਹਾਂ ਤਾਂ ਮੈਨੂੰ ਸਿੱਖਣ ਦਾ ਕੀ ਫਾਇਦਾ। ਗੁਰੂ ਮਹਾਰਾਜ ਜੀ ਆਖਦੇ ਹਨ, ਅਗਰ ਕੋਈ ਕਹੇ ਕਿ ਮੈਂ ਕਲਾ ਦੀ ਨਿਪੁੰਨਤਾ ਦੇ ਕਾਰਨ ਉਸ ਨੂੰ ਪ੍ਰਸੰਨ ਕਰ ਲਾਂਗਾ, ਅਸੀਂ ਕਲਾ ਦੀ ਨਿਪੁੰਨਤਾ ਦੇ ਨਾਲ ਉਸ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਸ ਨੇ ਇਹ ਕਲਾ ਬਣਾਈ ਹੈ, ਜਿਸ ਦੀ ਇਹ ਕਲਾ ਹੈ, ਜੋ ਕਲਾ ਦਾ ਮਾਸਟਰਮਾਈਂਡ ਹੈ, ਜੋ ਕਲਾ ਦਾ ਓਰੀਜਨੇਟਰ ਹੈ, ਜਿਸ ਦੇ ਵਿੱਚੋਂ ਇਹ ਕਲਾ ਉਤਪੰਨ ਹੋਈ ਹੈ, ਉਸੇ ਦੀ ਹੀ ਕਲਾ ਨੂੰ ਕੱਲ ਨੂੰ ਟ੍ਰੇਨਿੰਗ ਲੈ ਕੇ ਸਿੱਖ ਕੇ ਇਹ ਸੋਚੇ ਕਿ ਉਹ ਕਲਾ ਦਾ ਮਾਲਕ ਜਿਹੜਾ ਹੈ ਉਹ ਗੋਡੇ ਟੇਕਦਾ ਹੈਗਾ। ਯਾਨੀ ਕਲਾ ਦਾ ਮਾਲਕ ਇਹ ਸਮਝੇਗਾ ਕਿ ਇਸਨੇ ਕਲਾ ਜਿਸਨੇ ਸਿੱਖੀ है ये मेरे तो महान हो गया है। तो ऐसा हो सकता है? कला उत्थे ही कला है जिथे नाल अंदर दी जो अवस्था है उस दे विच निम्रता आ जाए, उस दे विच प्रेम वधे, उस दे विच परोपकार और सेवा भाव वधे, अपनी कला दे द्वारा संसार की खिदमत करने का चाह जागे, अपनी कला दे द्वारा बहुत लोगों के दिलों को शांति दी जाए और अपनी कला दे द्वारा बहुत पवित्र, बहुत लोगों के वास्ते कोई ऐसा मैसेज जो है कन्वे किया जाए कला के द्वारा, उस अंदर दे गुण दे उत्ते उस परमात्मा ने प्रसन्न होना, उस अंदर दी अवस्था के उत्ते प्रसन्न होना। तो जो लोग इस मूर्खताई दे विच हन, कीर्तन सिखाओ, फिर कीर्तन के कॉम्पीटिशनस कराओ, उन्होंने फर्स्ट प्राइज, सैकंड प्राइज या होर कई किस्म के प्राइजेस, वो फिर कीर्तन ना होया। गुरु नानक जी ने समझाया है सानू अपनी बाणी दे विच, ना भीजे वो खुश नहीं हुंदा। रागी सिर्फ रागां दे नाल, नादी नाद स्वर, अगर किसी का स्वर बहुत सद्या होया है पर अंदर हंकार की अग भी उतनी ही बलदी है, तो स्वर ही सद्या होया, जिंदगी तो बिसुरी हो गई। स्वर ते सद गया है लेकिन अकल ते बिसुरी हो गई। स्वर ते सद गया लेकिन मन तो बिसुरा हो गया। हुण अपनी हौमे के कारण, सदे हुए सुर के कारण परंतु नाल हौमे वध गई है। किसी को सलाम दुआ, किसी को सत श्री अकाल, किसी को नमस्कार, उसका जवाब देने तैयार नहीं है। किसी को सीधे मथे हो मिलने तैयार नहीं है। गुरु जी कहते हैं ना पीजे वो परमात्मा, वो वाहिगुरु नहीं पिजदा, नहीं पीजदा रागी नादी वेद। राग, नाद, स्वर, संगीत और वेद बहुत बड़ी फिलोसफर्स वेदां शास्त्रां दा ज्ञाता होवे, बहुत विद्वान होवे, तो इतने दे नाल वो प्रसन्न नहीं हुंदा। नाम दा आसरा जो है वो उतनी देर तक प्राप्त नहीं हुंदा जितनी देर तक असीं वो गुण नहीं जानते जिस गुण के कारण
ਉਸ ਪਰਮੇਸ਼ਵਰ ਨੇ ਸਾਡੇ ਉੱਤੇ ਪ੍ਰਸੰਨ ਹੋਣਾ ਹੈ। ਅਗਲੀ ਵਿਚਾਰ ਅਗਲੇ ਐਪੀਸੋਡ ਦੇ ਵਿੱਚ। ਬਾਣੀ